हाँ जी बेटे, ਅੱਗੇ ਚੱਲਦੇ ਹਾਂ ਪੁੱਤਰ। ਤੇ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਇਹਦੇ 'ਚ 3D ਦੇ ਅੰਦਰ ਕਿ ਹਾਊ ਟੂ ਟੇਕ ਐਨੀ or any variable point on the line in 3D। ਠੀਕ ਹੈ, ਜਦ ਵੀ ਕਹੇ ਨਾ ਲਾਈਨ ਤੇ ਕੋਈ ਪੁਆਇੰਟ ਲਓ ਤੇ ਉਹ ਵੇਰੀਏਬਲ ਪੁਆਇੰਟ ਕਿੱਦਾਂ ਲਈਦਾ ਹੈ, ਲੈਟ ਅਸ ਸੀ। ਤੇ ਜਿੱਦਾਂ ਹੁਣ ਇੱਕ ਐਗਜ਼ਾਮਪਲ ਲੈ ਲਈਏ ਕਿ ਮੰਨ ਲਓ ਇੱਕ ਲਾਈਨ ਹੈ, ਉਹ ਪਾਸ ਕਰਦੀ ਹੈ ਲੈਟਸ ਸੇ 1 2 3 ਚੋਂ, ਠੀਕ ਹੈ। ਔਰ ਲਾइन ਦੇ डायरेक्शन रेशो ले लो, कुछ भी ले लो 1 1 2, ठीक है। सो लाइन ਦੀ डायरेक्शन पता लग गई और लाइन ਦੇ ਉੱਪਰ ਪੁਆਇੰਟ ਆ ਗਿਆ। ਤੇ ਮੈਂ ਦੋਨੋਂ ਤਰੀਕੇ ਨਾਲ ਸਮਝਾ ਦੇਣਾ, ਪਹਿਲਾਂ ਕਾਰਟੇਸ਼ੀਅਨ ਚ ਵੀ ਤੇ ਫਿਰ ਵੈਕਟਰ ਚ ਵੀ। ਕਾਰਟੇਸ਼ੀਅਨ ਇਕੁਏਸ਼ਨ ਕੀ ਹੋਗੀ ਲਾइन ਦੇ ਪੁੱਤਰ, ਆ ਪੁਆਇੰਟ ਹੈ ਲਾइन ਦੇ ਉੱਪਰ, ਸੋ ਕਾਰਟੇਸ਼ੀਅਨ ਇਕੁਏਸ਼ਨ ਆਫ ਲਾइन ਵਿਲ ਬੀ x minus 1 by 1। चलो पहले लिख लिया x minus 1 y minus 2 z minus 3, पहले पॉइंट लिख ले एंड डायरेक्शन रेशो नीचे 1 1 एंड 2, ठीक है। लाइन ਦੀ ਇਕੁਏਸ਼ਨ ਆ ਗਈ ਨਾ। ਹੁਣ ਗੱਲ ਮੈਂ ਕੀਤੀ ਹੈ ਐਨੀ ਪੁਆਇੰਟ ਔਨ ਦ ਲਾਈਨ, ਸੋ ਯੂ ਨੋ ਕਿ ਆ ਪ੍ਰੋਪਰ ਤੁਹਾਡੇ ਕੋਲ ਲਾਈਨ ਦੀ ਇਕੁਏਸ਼ਨ ਹੈ। ਹੁਣ ਮਤਲਬ ਮੈਨੂੰ ਲਾਈਨ ਦੇ ਉੱਪਰ ਕੋਈ ਵੀ ਵੇਰੀਏਬਲ ਪੁਆਇੰਟ ਚਾਹੀਦਾ x y z, ਤਾਂ ਠੀਕ ਹੈ ਆਪਾਂ ਕੈਲਕੂਲੇਟ ਕਰ ਲੈਂਦੇ। ਉਹਦਾ ਤਰੀਕਾ ਕੀ ਹੁੰਦਾ, ਪਹਿਲਾਂ ਇਹਨੂੰ ਲੈਮਡਾ ਨਾਲ ਇਕੁਏਟ ਕਰ ਲਈਏ, ਇੱਥੋਂ x ਕੋਆਰਡੀਨੇਟ ਕੱਢ ਲਓ, ਠੀਕ ਹੈ। ਤਾਂ ਕਿੰਨਾ ਆ ਗਿਆ x minus 1 by 1 is equal to ਲੈਮਡਾ। ਸੋ ਹਾਂਜੀ ਕਿੰਨਾ ਆ ਗਿਆ, x ਆ ਗਿਆ ਲੈਮਡਾ ਪਲੱਸ 1, ਠੀਕ ਹੈ। ਇੱਦਾਂ ਹੀ ਇਹਨੂੰ ਤੇ ਲੈਮਡਾ ਨੂੰ ਇਕੁਏਟ ਕਰਕੇ ਇੱਥੋਂ ਐਨੀ ਪੁਆਇੰਟ y ਆ ਜਾਊਗਾ ਲਾਈਨ ਤੇ, ਠੀਕ ਹੈ। ਸੋ y minus 2 is equal to lambda, y is equal to lambda plus 2 and similarly ਇਹਨੂੰ ਇਕੁਏਟ ਕਰੀਏ ਤੇ z minus 3 by 2 equal to lambda, z is equal to 2 lambda plus 3, ठीक है। सो एनी पॉइंट XYZ ਕੀ ਆ ਗਿਆ ਲਾਈਨ ਦੇ ਉੱਪਰ, ਹਾਂਜੀ x ਆ ਗਿਆ lambda plus 1 and y ਆ ਗਿਆ lambda plus 2 and z ਆ ਗਿਆ 2 lambda plus 3। ਸੋ ਕਨਫਰਮ ਹੈ ਕਿ ਲੈਮਡਾ ਦੀਆਂ ਅਲੱਗ-ਅਲੱਗ ਆਪਾਂ ਰੀਅਲ ਵੈਲਿਊ ਰੱਖਾਂਗੇ, ਹੈ ਨਾ। ਇਹ ਪੁਆਇੰਟ ਹਮੇਸ਼ਾ ਇਸ ਲਾਈਨ ਦੇ ਉੱਪਰ ਹੀ ਵੇਰੀ ਕਰੇਗਾ। ਫੋਰ ਐਗਜ਼ਾਮਪਲ ਅਗਰ ਮੈਂ ਲੈਮਡਾ 0 ਰੱਖਦਾ, ਹੈ ਨਾ, ਕਿਹੜਾ ਪੁਆਇੰਟ ਆ ਗਿਆ ਪੁੱਤਰ ਲੈਮਡਾ 0 ਰੱਖੇ ਤੇ 1 2 ਤੇ 3, ਆਈ ਗੈਟ ਦਿਸ ਪੁਆਇੰਟ। ਔਰ ਕੋਈ ਵੀ ਪੁਆਇੰਟ ਹੈ ਉਹਦੇ ਵਾਸਤੇ ਲੈਮਡਾ ਦੀ ਯੂਨੀਕ ਵੈਲਿਊ ਹੋਏਗੀ, ਜਿੱਦਾਂ ਇਹਦੇ ਵਾਸਤੇ ਲੈਮਡਾ 0 ਹੈ। ਅਗਰ ਮੈਂ ਮੰਨ ਲਓ ਲੈਮਡਾ ਦੀ ਵੈਲਿਊ 1 ਰੱਖ ਦਿੰਦਾ, ਹੈ ਨਾ, ਇੱਥੇ 1 ਪੁੱਟ ਕਰੋ, ਸਾਰੇ 'ਚ ਕੀ ਆ ਗਿਆ, ਦੈਟ ਇਜ਼ 2 and 2 plus 1 3 and 5। ਆਹ ਵਾਲਾ ਪੁਆਇੰਟ ਵੀ ਨਾ ਕਿਤੇ ਇੱਥੇ ਲਾਈਨ ਤੇ ਹੀ ਲਾਈ ਕਰਦਾ, ਇਜ਼ ਇਟ ਕਲੀਅਰ। ਤਾਂ ਇੱਦਾਂ ਹੀ ਲੈਮਡਾ ਦੀਆਂ ਅਲੱਗ-ਅਲੱਗ ਵੈਲਿਊ ਰੱਖਾਂਗੇ, ਇਹ ਪੁਆਇੰਟ ਇਹਦੇ ਉੱਪਰ ਹੀ ਮੂਵ ਕਰੇਗਾ ਬਿਕੋਜ਼ ਲੈਮਡਾ ਵੇਰੀਏਬਲ ਹੈ, ਠੀਕ ਹੈ। ਔਰ ਅਗਰ ਕੋਈ ਪਰਟੀਕੂਲਰ ਪੁਆਇੰਟ ਚਾਹੀਦਾ, ਜਿੱਦਾਂ ਹੁਣ ਮੈਂ ਕੁਐਸਚਨ ਪੁੱਛਾਂ ਫਾਈਂਡ ਸਮ ਪੁਆਇੰਟ ਔਨ ਦ ਲਾਈਨ, ਹੈ ਨਾ, ਕੋਈ ਨਾ ਕੋਈ ਉਹ ਕੰਡੀਸ਼ਨ ਦੇ ਦੇਗਾ। ਔਰ ਸਟਾਰਟਿੰਗ ਕਿੱਥੋਂ ਕਰਾਂਗੇ, ਜਦ ਵੀ ਕਹੇ ਫਾਈਂਡ ਸਮ ਪੁਆਇੰਟ ਔਨ ਦ ਲਾਈਨ, ਅਸੀਂ ਸਟਾਰਟ ਕਰਾਂਗੇ ਲੈਟ ਦ ਪੁਆਇੰਟ ਔਨ ਦ ਲਾਈਨ ਵਿਦ ਦਿਸ। ਅਸੀਂ ਹਮੇਸ਼ਾ ਲੈਮਡਾ ਦੀ ਟਰਮ 'ਚ ਲੈਮਡਾ ਦਾ ਜੋ ਵੀ ਇੱਥੇ ਤੁਸੀਂ ਵੇਰੀਏਬਲ ਹੈ, ਲੈਮਡਾ PQRST, ਉਹ ਕੁਛ ਵੀ ਹੋ ਸਕਦਾ, ਉਹ ਅਸੀਂ ਪੁਆਇੰਟ ਲੈ ਲਿਆ ਔਰ ਕੋਈ ਨਾ ਕੋਈ ਤੁਹਾਨੂੰ ਕੰਡੀਸ਼ਨ ਦਿੱਤੀ ਹੋਏਗੀ ਪ੍ਰੋਬਲਮ ਦੇ ਅੰਦਰ, ਹੈ ਨਾ। ਤੋ ਉੱਥੋਂ ਤੁਹਾਡੇ ਕੋਲ ਲੈਮਡਾ ਦੀ ਵੈਲਿਊ ਤੁਹਾਡੇ ਕੋਲ ਆ ਜਾਊਗੀ। ਲੈਮਡਾ ਦੀ ਵੈਲਿਊ ਆ ਜਾਊਗੀ ਮਤਲਬ ਤੁਹਾਡੇ ਕੋਲ ਉਸ ਲਾਈਨ ਤੇ ਉਹ ਪੁਆਇੰਟ ਆ ਜਾਊਗਾ, ਠੀਕ ਹੈ, ਜਿਹੜਾ ਸਾਨੂੰ ਚਾਹੀਦਾ। ਇਜ਼ ਦੈਟ ਕਲੀਅਰ? ਆਈ ਹੋਪ ਆ ਗੱਲ ਸਮਝ ਆ ਗਈ ਤੁਹਾਨੂੰ, ਠੀਕ ਹੈ। ਤੇ ਜਿੱਦਾਂ ਹੁਣ ਇੱਕ ਹੋਰ ਇੱਥੇ ਚੈੱਕ ਕਰਨਾ ਹੋਵੇ, ਜਿੱਦਾਂ ਪੁਆਇੰਟ ਸਾਨੂੰ ਪਤਾ ਲਾਈਨ ਤੇ ਲਾਈ ਕਰਦਾ, ਤਾਂ ਅਗਰ ਚੈੱਕ ਕਰਨਾ ਹੋਵੇ ਲਾਈ ਕਰਦਾ ਤਾਂ ਕਿਵੇਂ ਕਰੀਦਾ ਕਿ ਜਿੱਦਾਂ 2D 'ਚ ਹੁੰਦਾ ਸੀ ਨਾ, ਪੁਆਇੰਟ ਨੂੰ ਪੁੱਟ ਕਰੋ, ਤਾਂ ਪੁਆਇੰਟ ਨੂੰ ਲਾਈਨ ਦੀ ਇਕੁਏਸ਼ਨ 'ਚ ਪੁੱਟ ਕਰੋ ਜਰਾ, XYZ, ਹਾਂਜੀ 2 x ਕਿੰਨਾ ਹੈ 2 y 3 ਤੇ z 5, ਹਾਂਜੀ 2 minus 1, ਹਾਂਜੀ ਕਿੰਨਾ ਆ ਗਿਆ 1 by 1 equal to, ਹਾਂਜੀ 3 3 minus 2 again 1 by 1, 5 minus 3 2 by 2 ਕਲੀਅਰਲੀ ਬਰਾਬਰ ਹੈ। तो ਇਹਦਾ ਮਤਲਬ ਇਹ ਪੁਆਇੰਟ ਇਸ ਲਾਈਨ ਤੇ ਲਾਈ ਕਰਦਾ। ਅਗਰ ਇੱਥੇ ਕੁਝ ਹੋਰ ਲੈਂਦੇ ਨਾ ਤੁਸੀਂ 2 3 ਤੇ 6, ਤਾਂ ਕਲੀਅਰਲੀ ਆ ਤੀਏ ਦੇ ਬਰਾਬਰ ਹੋਣਾ ਨਹੀਂ ਸੀ, ਹੈ ਨਾ। 6 minus 3 ਇਹ 3 by 2 ਆ ਜਾਣਾ ਸੀ, ਤਾਂ ਇਹ ਪੁਆਇੰਟ ਇਸ ਲਾਈਨ ਤੇ ਲਾਈ ਨਹੀਂ ਕਰਦਾ। ਤਾਂ ਇਹ ਤਰੀਕਾ ਹੋ ਗਿਆ ਲਾਈਨ ਤੇ ਪੁਆਇੰਟ ਲਾਈਕ ਕਰਦਾ ਜਾਂ ਨਹੀਂ ਕਰਦਾ ਉਹਨੂੰ ਚੈੱਕ ਕਰਨ ਦਾ, ਠੀਕ ਹੈ। ਅੱਛਾ ਇਹਦੇ 'ਚ ਇੱਕ ਹੋਰ ਚੀਜ਼ ਹੁਣ ਤੁਸੀਂ ਸਿੱਖੋ। ਤਾਂ ਹੁਣ ਆਹ ਜਿਹੜੀ ਲਾਈਨ ਹੈ ਇਹਦੀ ਇਕੁਏਸ਼ਨ ਮੈਂ ਇੱਦਾਂ ਲਿਖੀ ਹੈ। ਹੁਣ ਇਸੇ ਲਾਈਨ ਦੀ ਇਕੁਏਸ਼ਨ ਨੂੰ ਆਈ ਕੈਨ ਰਾਈਟ ਦੈਟ ਵੇ ਐਜ਼ ਵੈਲ, ਬਿਕੋਜ਼ ਸਾਨੂੰ ਪਤਾ ਕਿ ਆ ਪੁਆਇੰਟ 2 3 5 ਵੀ ਤਾਂ ਇਹਦੇ ਤੇ ਲਾਈ ਕਰਦੇ ਕਰਦਾ ਨਾ। ਤਾਂ ਮੈਂ ਪੁਆਇੰਟ 2 3 5 ਵੀ ਲੈ ਸਕਦਾ, x minus 2 y minus 3 ਐਂਡ z minus 5, ਹੈ ਨਾ।
ਈਵਨ ਡਾਇਰੈਕਸ਼ਨ ਰੇਸ਼ੋ ਤੁਸੀਂ 1 1 2 ਵੀ ਲੈ ਸਕਦੇ ਹੋ ਜਾਂ ਉਹਦੇ ਕੋਈ ਮਲਟੀਪਲ ਲੈ ਲਓ, ਹਨਾ। ਚਲੋ ਪਹਿਲਾਂ ਆਹੀ ਦੱਸਦਾ। ਤੋ ਇਹਦੇ ਤੋਂ ਇੱਕ ਚੀਜ਼ ਸਿੱਖੀ ਤੁਸੀਂ ਕਿ ਜਿਹੜੀ ਆਹ ਵਾਲੀ ਲਾਈਨ ਹੈ ਪੁੱਤਰ, 3D ਦੇ ਅੰਦਰ ਲਾਈਨ ਨੂੰ ਐਕਸਪ੍ਰੈਸ ਕਰਨ ਦੇ ਯੂਨੀਕ ਤਰੀਕਾ ਨਹੀਂ ਹੈ, ਇਨਫਿਨਿਟ ਵੇਜ਼ ਹੈ। ਬਿਕੋਜ਼ ਇਸ ਲਾਈਨ ਤੇ ਇਨਫਿਨਿਟ ਪੁਆਇੰਟਸ ਹੈ। ਤੋ ਜਿੱਦਾਂ ਮੈਂ ਪਹਿਲਾਂ 1 2 3 ਨੂੰ ਲੈ ਕੇ ਇੱਦਾਂ ਲਿਖ ਲਿਆ, ਆਹ ਵਾਲੀ ਇਕੁਏਸ਼ਨ ਹੈ ਨਾ, 1 2 3 ਨੂੰ ਲੈ ਕੇ 2 3 5 ਨੂੰ ਲੈ ਕੇ ਮੈਂ ਆਹ ਲਿਖ ਲਿਆ। ਇੱਦਾਂ ਹੀ ਲੈਮਡਾ ਦੀਆਂ ਮੈਂ ਹੋਰ ਵੈਲਿਊ ਪੁੱਟ ਕਰੀ ਜਾਊਂਗਾ, ਮੇਰੇ ਕੋਲ ਤੇ ਅਲੱਗ-ਅਲੱਗ ਪੁਆਇੰਟ ਆਈ ਜਾਣੇ। ਤੋ ਇਸ ਕਰਕੇ ਇਹ ਨੋਟ ਲਿਖ ਲਓ ਕਿ ਇਨ 3 ਡਾਇਮੈਂਸ਼ਨ ਇੱਕ ਲਾਈਨ ਨੂੰ ਐਕਸਪ੍ਰੈਸ ਕਰਨ ਦੇ ਦੇਰ ਕੈਨ ਬੀ ਇਨਫਾਈਨਾਈਟ ਵੇਜ਼। ਠੀਕ ਹੈ। ਤਾਂ ਹੁਣ ਮੰਨ ਲਓ ਤੁਹਾਨੂੰ ਕੋਈ ਕੁਐਸਚਨ ਦਿੱਤਾ, ਲੈਟਸ ਸੇ ਆਬਜੈਕਟਿਵ ਦੇ ਅੰਦਰ ਤੁਹਾਡਾ ਆਨਸਰ ਆ ਗਿਆ ਜਿਹੜਾ ਮੈਂ ਮਾਰਕ ਕਰ ਰਿਹਾ ਵਾਲਾ, ਠੀਕ ਹੈ, ਬਟ ਆਪਸ਼ਨ 'ਚ ਇਹ ਹੈ ਹੀ ਨਹੀਂ। ਆਪਸ਼ਨ 'ਚ ਕੁਛ ਇਹੋ ਜਿਹੇ ਜਿਹੜੇ ਆਹ ਵਾਲੇ ਮੈਂ ਜਿਵੇਂ ਆਹ ਲਿਖਿਆ। ਤਾਂ ਫਿਰ ਹੁਣ ਤੁਹਾਨੂੰ ਤੇ ਮੈਂ ਹੁਣ ਦੱਸਿਆ ਹੀ ਹੈ ਨਾ ਕਿ ਆਹ ਵਾਲੀ ਲਾਈਨ ਤੇ ਆਹ ਵਾਲੀ ਲਾਈਨ ਤੇ ਸੇਮ ਹੀ ਹੈ, ਕਿਉਂਕਿ ਬੇਟੇ ਆਹ ਜਿਹੜੀ ਲਾਈਨ ਹੈ ਕਿਉਂਕਿ ਪੁਆਇੰਟ ਤੇ ਬੜੇ ਸਾਰੇ ਹੋ ਸਕਦੇ ਨਾ, ਡਾਇਰੈਕਸ਼ਨ ਤੇ ਸੇਮ ਹੀ ਲਈ ਆਪਾਂ 1 1 2 1 1 2, ਔਰ ਜਿਹੜੀ ਸਾਡੀ ਗਿਵਨ ਲਾਈਨ ਆ ਇਹਦੇ ਚੋਂ ਵੀ ਪਾਸ ਕਰਦੀ ਹੈ, ਇਹਦੇ ਚੋਂ ਵੀ ਪਾਸ ਕਰਦੀ ਹੈ, ਤਾਂ ਕੋਈ ਵੀ ਪੁਆਇੰਟ ਲੈ ਸਕਦਾ। ਤਾਂ ਉਹਦੇ 'ਚ ਜੇ ਮੰਨ ਲਓ ਤੁਹਾਡਾ ਆਨਸਰ ਇਹਦਾ ਨਾ ਮੈਚ ਕਰੇ ਤਾਂ ਫਿਰ ਤਰੀਕਾ ਕੀ ਹੋ ਗਿਆ ਪੁੱਤਰ। ਤੋ ਸਪੋਜ਼ ਕਰੋ ਤੁਹਾਡਾ ਆਨਸਰ ਇਹੋ ਜਿਹਾ ਆਉਂਦਾ ਕੁਛ, ਹੈ ਨਾ, ਤੇ ਬਟ ਆਪਸ਼ਨ 'ਚ ਮੰਨ ਲਓ ਆਨਸਰ ਆਇਆ, ਤੇ ਫਿਰ ਜਿੱਦਾਂ ਮੈਂ ਸਮਝਾਈ ਹੈ ਹੁਣ ਫਿਰ ਚੈੱਕ ਕਰ ਲਓ। ਹੁਣ ਆਹ ਲਾਈਨ ਦੀ ਪਹਿਲਾਂ ਡਾਇਰੈਕਸ਼ਨ ਦੇਖੋ, ਹਾਂਜੀ 1 1 2 1 1 2 ਡਾਇਰੈਕਸ਼ਨ ਤੇ ਸੇਮ ਆ ਗਈ, ਠੀਕ ਹੈ। ਫਿਰ ਆਹ ਵਾਲੀ ਲਾਈਨ ਜਿਹੜੀ ਇਹ ਕਿਹੜੇ ਪੁਆਇੰਟ 'ਚ ਪਾਸ ਕਰਦੀ ਹੈ 1 2 3, ਹੈ ਨਾ। ਤੋ 1 2 3 ਅਗਰ ਇਹ ਪੁਆਇੰਟ ਇਸ ਲਾਈਨ ਨੂੰ ਵੀ ਸੈਟੀਸਫਾਈ ਕਰ ਗਿਆ, ਆਹ ਵਾਲੀ ਨੂੰ ਜਿਹੜੀ ਕਿਹਚੋਂ ਪਾਸ ਕਰ ਰਹੀ ਹੈ 2 3 5 ਚੋਂ, ਠੀਕ ਹੈ। ਅਗਰ ਇਹ ਸੈਟੀਸਫਾਈ ਕਰ ਗਿਆ ਤੇ ਇਹਦਾ ਮਤਲਬ ਇਹ ਲਾਈਨ ਸੇਮ ਆ ਗਈ। ਫਿਰ ਤੁਸੀਂ ਪੁੱਟ ਚੈੱਕ ਕਰ ਲਓ, ਹਾਂਜੀ ਇੱਥੇ ਪੁੱਟ ਕਰੋ 1 2 1 ਬਾय 1 2 3 1 बाय 1 3 2 2 बाय 2 दैट इज -1। तो बिल्कुल सैटिस्फाई कर गया, ਇਹਦਾ ਮਤਲਬ ਇਹ ਲਾਈਨ ਸੇਮ ਹੈ। ਇਜ਼ ਦੈਟ ਕਲੀਅਰ? ਸੋ ਆਹ ਚੀਜ਼ ਦਾ ਖਿਆਲ ਰੱਖਣਾ ਹੈ। ਕਲੀਅਰ ਹੈ ਪੁੱਤਰ? ਬਾਕੀ ਹੋਰ ਡਾਇਰੈਕਸ਼ਨ ਰੇਸ਼ੋ ਵੀ ਬਦਲ ਸਕਦਾ ਸੀ, ਮਤਲਬ ਮਾਈਨਸ ਮਾਈਨਸ ਕਰਤਾ, ਤਾਂ ਉਹਦਾ ਤੁਹਾਨੂੰ ਪਤਾ ਹੀ ਹੈ ਕਿ ਡਾਇਰੈਕਸ਼ਨ ਰੇਸ਼ੋ ਨੂੰ ਕਿਸੇ ਨੰਬਰ ਨਾਲ ਮਲਟੀਪਲਾਈ ਕਰ ਦਈਏ ਤੇ ਨੋ ਪ੍ਰੋਬਲਮ, ਡਾਇਰੈਕਸ਼ਨ ਤੇ ਸੇਮ ਹੀ ਹੈ। ਠੀਕ ਹੈ, ਤਾਂ ਪਹਿਲਾਂ ਡਾਇਰੈਕਸ਼ਨ ਰੇਸ਼ੋ ਵੇਖੋ, ਡਾਇਰੈਕਸ਼ਨ ਰੇਸ਼ੋ ਅਗਰ ਸੇਮ ਹੈ ਜਾਂ ਉਹਦੇ ਮਲਟੀਪਲ ਹੈ ਫਿਰ ਡਾਇਰੈਕਸ਼ਨ ਤੇ ਸੇਮ ਹੋ ਗਈ। ਫਿਰ ਗੱਲ ਆਈ ਪੁਆਇੰਟ ਦੀ, ਪੁਆਇੰਟ ਸੈਟੀਸਫਾਈ ਕਰਾ ਕੇ ਦੇਖ ਲਓ, ਜੇ ਪੁਆਇੰਟ ਸੈਟੀਸਫਾਈ ਕਰ ਗਿਆ ਮਤਲਬ ਸੇਮ ਲਾਈਨ ਹੈ। ਠੀਕ ਹੈ, ਆਈ ਹੋਪ ਆ ਗੱਲ ਤੁਹਾਨੂੰ ਸਮਝ ਆ ਗਈ। तो आ ਤਾਂ ਤਰੀਕਾ ਹੋ ਗਿਆ, ਲੈਟ ਮੀ ਕਲੀਅਰ ਦਿਸ ਮੈਸ। ਆ ਤਰੀਕਾ ਹੋ ਗਿਆ ਕਿਹਦਾ, ਕਿ 3 ਡਾਇਮੈਂਸ਼ਨ ਦੇ ਅੰਦਰ ਅਗਰ ਤੁਸੀਂ ਵੇਰੀਏਬਲ ਪੁਆਇੰਟ ਲੈਣਾ ਕਿਸੇ ਲਾਈਨ ਤੇ, ਸੋ ਕੁਐਸਚਨ ਹੁੰਦੇ ਆ ਫਾਈਂਡ ਦ ਪੁਆਇੰਟ ਔਨ ਦਿਸ ਲਾਈਨ, ਫਾਈਂਡ, ਹੈ ਨਾ, ਪੁਆਇੰਟ ਤੇ ਕੋਈ ਵੀ ਹੋ ਸਕਦਾ। ਤਾਂ ਹਮੇਸ਼ਾ ਸਟਾਰਟ ਕਰੋ ਲੈਟ ਦ ਪੁਆਇੰਟ ਵਿਦ ਦਿਸ, ਲੈਮਡਾ ਕਰਕੇ ਲਓ ਔਰ ਉੱਥੋਂ ਆ ਐਕਸ ਵਾਈ ਜ਼ੈਡ ਜਿਹੜਾ ਕੋਆਰਡੀਨੇਟ ਹੈ ਲੈਮਡਾ ਦੀ ਟਰਮਸ ਲੈ ਲਓ, ਔਰ ਕੋਈ ਨਾ ਕੋਈ ਸਵਾਲ ਦੇ ਅੰਦਰ ਕੰਡੀਸ਼ਨ ਹੋਗੀ ਉੱਤੋਂ ਤੁਹਾਡੀ ਲੈਮਡਾ ਕੱਢ ਲੋਗੇ, ਮਤਲਬ ਤੁਹਾਡੇ ਕੋਲ ਪੁਆਇੰਟ ਆ ਜਾਏਗਾ। ਅਗਰ ਇੱਕ ਤੋਂ ਜ਼ਿਆਦਾ ਪੁਆਇੰਟ ਹੈ, ਮਤਲਬ 2 ਪੁਆਇੰਟ ਇਹੋ ਜਿਹੇ, तो लैम्बडा च क्वाड्रेटिक आ जाएगी, है ना, मतलब 2 पॉइंट है क्वाड्रेटिक आ जाएगी, 3 है क्यूबिक आ जाएगी। ठीक है। अच्छा, अगर इसी चीज को वेक्टर च होवे, वेक्टर इक्वेशन च वेरिएबल पॉइंट, दिस इज आल्सो इंपॉर्टेंट। ठीक है, लेट मी जस्ट क्लियर दिस अगेन, थोड़ा सा साफ कर ली, राइट। अच्छा, हम इसी इक्वेशन ਨੂੰ ਇਹਨੂੰ ਹੀ ਵੈਕਟਰ ਫਾਰਮ ਚ ਕੀ ਲਿਖਾਂਗੇ, r इज इक्वल टू a पॉइंट कितना लिया सी ਆਪਾਂ बेटे 1 2 3, है ना, आ वाला। तो वेक्टर कितना हो गया i प्लस 2j प्लस 3k प्लस लैम्डा टाइम डायरेक्शन दैट इज i प्लस j प्लस 2k। ठीक है, ਹੁਣ ਮੰਨ ਲਓ ਆ ਵੈਕਟਰ ਫਾਰਮ ਚ ਲਾਈਨ ਦਿੱਤੀ ਹੈ, ਇਹਦੇ ਉੱਪਰ ਕੋਈ ਵੇਰੀਏਬਲ ਪੁਆਇੰਟ ਲੈਣਾ ਹੈ। ਤੋ ਐਦਾਂ ਨਹੀਂ ਹੈ ਕਿ ਪਹਿਲਾਂ ਆਪਾਂ ਕਾਰਟੇਸ਼ਨ ਚ ਕਰਾਂਗੇ ਫਿਰ ਉਹ ਐਕਸ ਵਾਈ ਜ਼ੈਡ ਕੱਢਾਂਗੇ, ਨਹੀਂ, ਉਹਦੇ ਲਈ ਹੋਰ ਵੀ ਆਸਾਨ ਹੈ। ਆ ਦੇਖੋ ਕਿੱਦਾਂ, ਆਈ ਜੇ ਕੇ ਕੱਢ ਲਓ, ਦੇਖੋ ਇੱਥੇ ਸਮਝੋ ਜਰਾ, ਆਈ ਦੇ ਕੁਐਸਚਨ ਇਕੱਠੇ ਕਰ ਲਓ, ਕਿੰਨਾ ਆ ਗਿਆ ਆਈ प्लस लैम्डा आई कॉमन, लैम्डा प्लस 1 आई। ठीक है, फिर जे दे इकट्ठे कर लो, हाँ जी, 2j प्लस लैम्डा जे, सो लैम्डा प्लस 2 इंटू जे, राइट, एंड 3k प्लस 2 लैम्डा के, सो 2 लैम्डा प्लस 3k। गल समझ आ गई? तो अगर ख्याल ना देखो एक ही है, इतने कितने रीजन है, कोई भी पॉइंट है ना, एक्स वाई जेड, ते दिस इज नथिंग बट आर वैक्टर। तो आ की है ना, एक्स कोऑर्डिनेट आ वाई ते आ जेड, दिस इज एनी पॉइंट ऑन द लाइन। ठीक है, लैम्डा ਨੂੰ ਚੇਂਜ ਕਰਾਂਗੇ, ਇਹ ओरिजिन ਤੋਂ ਅਲੱਗ-ਅਲੱਗ ਪੁਆਇੰਟ ਦੇ ਪੋਜੀਸ਼ਨ ਵੈਕਟਰ ਆਉਣੇ, ਔਰ ਇਹ ਕਿੰਨਾ ਹੈ लैम्डा प्लस 1, है ना, एंड लैम्डा प्लस 2 ਤੇ 2 लैम्डा प्लस 3 ਇੱਦਾਂ। तो अगर कार्टेशियन फॉर्म ਦਿੱਤੀ ਹੋਵੇ ਉਹਦੇ ਉੱਪਰ वेरिएबल पॉइंट ਲੈਣਾ है, जस्ट टेक इट इक्वल टू लैम्डा और एक्स वाई जेड
ਇਕੁਏਟ ਕਰਕੇ ਤੁਸੀਂ ਵੇਰੀਏਬਲ ਪੁਆਇੰਟ ਕੱਢ ਸਕਦੇ ਹੋ, ਜਾਂ ਜੇ ਵੈਕਟਰ ਫਾਰਮ ਦਿੱਤੀ ਹੈ ਉਹਨੂੰ ਸਿੰਪਲ i j k ਚ ਲਿਖ ਕੇ ਜਿਹੜੇ ਆ ਜਿਹੜੇ ਕੋਫੀਸ਼ੀਐਂਟ ਹੈ ਦੇ ਆਰ ਨਥਿੰਗ ਬਟ ਦੀ ਐਨੀ ਪੁਆਇੰਟ ਔਨ ਦ ਲਾਈਨ ਫॉर ਡਿਫਰੈਂਟ ਵੈਲਿਊ ਆਫ ਲੈਮਡਾ। ਠੀਕ ਹੈ, ਆ ਜਿਹੜੀ ਮੈਂ ਗੱਲ ਕਹੀ ਹੈ ਬਹੁਤ ਇੰਪੋਰਟੈਂਟ ਹੈ ਨਾ, ਕੁਐਸਚਨ ਆਪਾਂ ਇਹਨੂੰ ਹੁਣ ਯੂਜ਼ ਕਰਦੇ ਹਾਂ। ਠੀਕ ਹੈ, ਲੈਟ ਅਸ ਸੀ। ਬੜੇ ਬੇਸਿਕ ਜਿਹੇ ਸਵਾਲ ਤੋਂ ਸਟਾਰਟ ਕਰਦੇ ਹਾਂ। ਕਹਿੰਦਾ ਫਾਈਂਡ ਆਊਟ ਦੀ ਕੋਆਰਡੀਨੇਟ ਆਫ ਦ ਪੁਆਇੰਟ ਵੇਅਰ ਦ ਲਾਈਨ ਥਰੂ these two points, ਠੀਕ ਹੈ, meets the yz plane। ਠੀਕ ਹੈ, ਲੈਟਸ ਸੇ ਇੱਥੇ ਕਿਤੇ yz plane ਆ ਨਾ, this is yz plane, ਬੜੀ ਲਾਈਨ ਜਾ ਕੇ ਕਿੱਥੇ yz plane ਨੂੰ ਮਿਲਦੀ ਹੈ। ਤੋ ਚਲੋ ਕੋਈ ਗੱਲ ਨਹੀਂ, ਪਹਿਲਾਂ ਆਪਾਂ ਲਾਈਨ ਦੀ ਇਕੁਏਸ਼ਨ ਕੱਢਦੇ ਹਾਂ। ਠੀਕ ਹੈ, ਲੈਟ ਅਸ ਕੈਲਕੂਲੇਟ ਦੀ ਇਕੁਏਸ਼ਨ ਆਫ ਲਾਈਨ। ਹਾਂਜੀ, 2 ਪੁਆਇੰਟ ਫਾਰਮ ਚ ਲਾ ਦਈਏ। ਪਹਿਲਾਂ ਡਾਇਰੈਕਸ਼ਨ ਰੇਸ਼ੋ ਕਿੰਨੀ ਆ ਲਾਈਨ ਦੇ, drs ਆਫ ਦ ਲਾਈਨ। ਹਾਂਜੀ, 5 - 3 2 ਹੈ ਨਾ, 1 - 4 - 3 6 - 1 5, ਇਹ ਡਾਇਰੈਕਸ਼ਨ ਰੇਸ਼ੋ ਆ ਗਿਆ। ਔਰ ਲਾਈਨ ਤੇ ਦੋ ਦੋ ਪੁਆਇੰਟਾਂ ਚੋਂ ਪਾਸ ਕਰਦੀ ਹੈ, ਪਿਕ ਐਨੀ ਵਨ, ਆਪਾਂ ਲੈ ਲੈਂਦੇ ਹਾਂ 3 4 1 ਚੋਂ ਪਾਸ ਕਰ ਰਹੀ ਹੈ। therefore ਇਕੁਏਸ਼ਨ ਆਫ ਲਾਈਨ ਆ ਗਈ x - 3 y - 4 z - 1 ਡਿਵਾਈਡ ਬਾਈ ਡਾਇਰੈਕਸ਼ਨ ਰੇਸ਼ੀਓਸ 2 - 3 ਐਂਡ 5 ਇਕੁਅਲ ਟੂ ਲੈਮਡਾ। ਆ ਲਾਈਨ ਦੀ ਇਕੁਏਸ਼ਨ ਆ ਗਈ। ਠੀਕ ਹੈ, ਹੁਣ ਕਹਿੰਦੇ ਜੇ ਇਹ ਲਾਈਨ ਕਿੱਥੇ ਜਾ ਕੇ yz ਪਲੇਨ ਨੂੰ ਮਿਲਦੀ ਹੈ, ਤੋ ਜਿੱਥੇ ਵੀ yz ਪਲੇਨ ਨੂੰ ਮਿਲੇਗੀ, yz ਪਲੇਨ ਦੀ ਇਕੁਏਸ਼ਨ ਕੀ ਹੈ ਬੇਟੇ, yz ਪਲੇਨ 'ਚ ਕੀ ਜ਼ੀਰੋ ਹੁੰਦਾ ਪੁੱਤਰ, x ਜ਼ੀਰੋ ਹੁੰਦਾ। ਇਹਦਾ ਮਤਲਬ ਜਿੱਥੇ ਵੀ ਲਾਈਨ ਮਿਲੇਗੀ ਉਸ ਪੁਆਇੰਟ ਦਾ x ਕੋਆਰਡੀਨੇਟ ਜ਼ੀਰੋ ਹੋਏਗਾ। ਉਹ ਪਹਿਲੀ ਗੱਲ, ਉਹ ਪੁਆਇੰਟ ਲਾਈਨ ਤੇ ਹੋਏਗਾ ਔਰ ਉਹਦਾ x ਕੋਆਰਡੀਨੇਟ ਜ਼ੀਰੋ ਹੋਏਗਾ। ਠੀਕ ਹੈ, ਤਾਂ ਆਪਾਂ ਕੀ ਕਰੀਏ, ਸੋ ਆਪਾਂ ਆਹ ਜਿਹੜਾ ਪੁਆਇੰਟ A ਹੈ ਨਾ, ਪੁਆਇੰਟ ਆਫ ਇੰਟਰਸੈਕਸ਼ਨ, ਇਹ ਪੁਆਇੰਟ ਹੈਗਾ ਤੇ ਲਾਈਨ ਤੇ ਹੈ ਨਾ, ਸੋ ਲੈਟ ਦੈਟ ਪੁਆਇੰਟ A ਵੀ, ਹਾਂਜੀ, ਕੀ ਹੋਊਗਾ, ਐਨੀ ਵੇਰੀਏਬਲ ਪੁਆਇੰਟ, ਇਹਨੂੰ ਇਕੁਏਟ ਕਰ ਲਓ। ਹਾਂਜੀ, x - 3/2 ਇਕੁਅਲ ਟੂ ਲੈਮਡਾ। ਹਾਂਜੀ, ਕਿੰਨਾ ਆ ਗਿਆ x, 2 ਲੈਮਡਾ ਪਲੱਸ 3। ਠੀਕ ਹੈ, ਐਂਡ ਅੱਗੇ y ਕਿੰਨਾ ਆ ਗਿਆ, 4 - 3 ਲੈਮਡਾ। ਆ ਸਮਝ ਆ ਰਹੀ ਗੱਲ ਕਿੱਦਾਂ, ਇਹਨੂੰ ਹੁਣ ਮੈਂ ਇੰਨਾ ਇਕੁਏਟ ਕੀਤਾ, y - 4 is -3 lambda, 4 ਐਡ ਹੋ ਗਿਆ, ਇੱਦਾਂ ਹੀ 5 lambda plus 1. This is any point on the line. ठीक है, let this be. Now let's suppose कि आ वो point है where it meets the, हाँ जी, yz plane. तो जिथे yz plane ਨੂੰ meet ਕਰੂਗਾ, हाँ जी, ਉੱਥੇ ਕੀ ਜ਼ੀਰੋ ਹੋਊਗਾ, x ਜ਼ੀਰੋ ਹੋਊਗਾ, because yz plane ਦੀ ਇਕੁਏਸ਼ਨ ਕੀ ਹੈ, x equal to 0. ਸੋ ਉੱਥੇ x ਜ਼ੀਰੋ ਕਰ ਦਿਓ, so therefore, हाँ जी, ਇਹਦਾ x ਕੋਆਰਡੀਨੇਟ 2 lambda plus 3 is 0, lambda is -3/2, ਗੱਲ ਖਤਮ। ਹੁਣ ਲੈਮਡਾ ਦੀ ਵੈਲਿਊ ਜਿਹੜੀ -3/2 ਆਈ ਆ ਪੁੱਤਰ, ਉਹ ਤੁਸੀਂ ਇੱਥੇ ਪੁੱਟ ਕਰ ਦਿਓ ਤਿੰਨੇ ਜਗ੍ਹਾ, ਤੋ ਤੁਹਾਡੇ ਕੋਲ ਕੀ ਆ ਜਾਊਗਾ, ਇੱਥੇ ਤੇ ਇੱਥੇ ਤੇ ਇੱਥੇ ਤੁਹਾਡੇ ਕੋਲ A ਪੁਆਇੰਟ ਆ ਜਾਊਗਾ A, ਜਿੱਥੇ A yz ਪਲੇਨ ਨੂੰ ਮਿਲਦਾ ਹੈ। ਠੀਕ ਹੈ, ਗੱਲ ਸਮਝ ਆ ਗਈ ਬੇਟੇ। ਸੋ ਆ ਤਰੀਕਾ ਹੋ ਗਿਆ। ਜਾਂ ਅਗਰ ਉਹ ਕਹਿੰਦਾ ਕਿ ਇਟ ਮੀਟਸ ਦੀ, ਹੈ ਨਾ, ਕੋਈ ਹੋਰ ਲੈ ਲਓ, ਇਟ ਮੀਟਸ, फाइंड आउट द, मैं क्वेश्चन चेंज कर रहा वाई जेड की बजाय, अगर वो कहता कि आ लाइन लेट्स से एक्स वाई प्लेन में मिलती, ठीक है, इट मीट्स दी एक्स वाई प्लेन, तो एक्स वाई प्लेन की इक्वेशन की है बेटे, जेड इक्वल टू 0। ठीक है, तो ਉਹਦੇ 'ਚ ਫਿਰ ਆਪਾਂ z ਕੋਆਰਡੀਨੇਟ 0 ਕਰ ਦੇਣਾ ਸੀ, ਬਿਕਾਜ਼ ਆ ਤੇ ਇੰਨਾ ਕਨਫਰਮ ਹੈ ਨਾ ਕਿ a ਪੁਆਇੰਟ ਤੇ ਲਾਈਨ ਤੇ ਵੇਰੀ ਕਰਦਾ ਫॉर ਡਿਫਰੈਂਟ ਵੈਲਿਊਜ਼ ਆਫ ਲੈਮਡਾ। तो ਜਿੱਥੇ ਇਹ ਐਕਸ ਵਾਈ ਪਲੇਨ ਨੂੰ ਮਿਲੇਗਾ, ਅਗਰ ਮਿਲੇਗਾ ਤੇ ਤੁਸੀਂ ਕੀ ਕਰੋਗੇ, ਉਹਦਾ z ਕੋਆਰਡੀਨੇਟ ਆ 0 ਕਰ ਦਿਓ, ਸੋ 5 ਲੈਮਡਾ ਪਲੱਸ 1 ਇਜ਼ 0, ਲੈਮਡਾ ਇਜ਼ -1/5। तो ਆ ਵਾਲੀ ਵੈਲਿਊ ਲੈਮਡਾ ਦੀ ਰੱਖੋਗੇ, ਤੁਹਾਡੇ ਕੋਈ ਉਹ ਪੁਆਇੰਟ ਆ ਜਾਏਗਾ ਜਿੱਥੇ ਐਕਸ ਵਾਈ ਪਲੇਨ ਨੂੰ ਮਿਲੇਗਾ। ਠੀਕ ਹੈ, ਅੱਛਾ, ਅਗਰ ਮੈਂ ਕਹਿੰਦਾ ਕਿ ਇਟ ਮੀਟਸ ਸਮ प्लेन, मैं जनरल जिहा ले ਲਾਂ कि फाइंड आउट दी पॉइंट वेयर दिस लाइन मीट्स दी प्लेन x + y + z = 1। ਤੁਸੀਂ ਅੱਗੇ ਪੜੋਗੇ, ਪਲੇਨ ਦੀ ਇਹੋ ਜਿਹੀ ਇਕੁਏਸ਼ਨ ਹੁੰਦੀ ਹੈ, ਤਾਂ ਮਤਲਬ ਆਹ ਪਲੇਨ ਦੀ ਇਕੁਏਸ਼ਨ ਹੈ ਦੀ, ਉਹ ਕਹਿੰਦਾ ਆਹ ਪੁਆਇੰਟ ਚਾਹੀਦਾ। ਤਾਂ ਹੁਣ ਇਹ ਪੁਆਇੰਟ ਇੰਨਾ ਕਨਫਰਮ ਹੈ ਜਦ ਅਸੀਂ ਆਹ ਲੈ ਲਿਆ ਕਿ ਇਹ ਇਸ ਲਾਈਨ ਤੇ ਲਾਈ ਕਰੇਗਾ ਫॉर डिफरेंट वैल्यूज ऑफ लैम्डा। ठीक है, लैम्डा चेंज करी जाओगे, इस लाइन ते मूव कर रहा है। तो अगर ए पॉइंट ਇਸ ਪਲੇਨ ਨੂੰ ਵੀ ਇੰਟਰਸੈਕਟ ਕਰ ਰਿਹਾ ਤੇ ਕੀ ਹੋਊਗਾ, ਜਿਹੜਾ ਆਹ ਵਾਲਾ ਪੁਆਇੰਟ ਹੈ ਇਹ ਪਲੇਨ ਦੀ ਇਕੁਏਸ਼ਨ ਨੂੰ ਵੀ, ਹਾਂਜੀ, ਕੀ ਕਰੇਗਾ, ਸੈਟੀਸਫਾਈ ਕਰੇਗਾ। ਵੈਰੀ ਗੁੱਡ। ਸੋ ਹੋਊਗਾ ਕੀ, ਸਿੰਪਲ, ਅਗਰ ਹੁਣ ਉਹ ਕਹਿੰਦਾ ਜੀ ਆਹ ਪੁਆਇੰਟ ਉਹ ਹੈ ਕਿ ਜਿੱਥੇ ਇਸ ਪਲੇਨ ਨੂੰ ਮੀਟ ਕਰ ਰਿਹਾ, ਦੇਅਰਫੋਰ ਦਿਸ ਵਿਲ ਸੈਟੀਸਫਾਈ ਦੀ ਇਕੁਏਸ਼ਨ ਆਫ ਪਲੇਨ ਐਜ਼ ਵੈਲ। ਤਾਂ ਉੱਥੋਂ ਕੀ ਹੋਊਗਾ, ਸਾਡੇ ਕੋਲ ਲੈਮਡਾ ਆ ਜਾਏਗਾ। ਸੋ ਐਕਸ ਕੋਆਰਡੀਨੇਟ ਐਕਸ ਇੱਥੇ ਹੈ ਨਾ, ਸੋ ਦੇਅਰਫੋਰ ਦਿਸ ਪਲੱਸ 4 - 3 ਲੈਮਡਾ, y ਦੀ ਜਗ੍ਹਾ y ਕੋਆਰਡੀਨੇਟ and 5 lambda plus 1 equal to 1. So basically we get some value of lambda, ठीक है,
ਉਹ ਲੈਮਡਾ ਆ ਗਿਆ, ਉਹ ਲੈਮਡਾ ਫਿਰ ਇੱਥੇ ਰੱਖੋ ਸਾਰੇ 'ਚ, ਤੁਹਾਡੇ ਕੋਲ ਪੁਆਇੰਟ ਆ ਜਾਏਗਾ। ਠੀਕ ਹੈ ਪੁੱਤਰ, तो आई होप आ चीज़ क्लियर है। लेट अस मूव। फाइंड द कोऑर्डिनेट्स ऑफ द पॉइंट और पॉइंट्स ऑन दिस लाइन। ठीक है, लाइन आ गिवन है ਤੁਹਾਨੂੰ, ਉਹਦੇ ਉੱਪਰ ਕੋਆਰਡੀਨੇਟ ਲੱਭਣੇ ਪੁਆਇੰਟ ਦੇ, whose distance from origin। तो origin ਹੋਊਗਾ ਕਿਤੇ, ਉਹਦਾ origin ਤੋਂ distance ਜਿਹੜਾ ਹੈ let's say ਕਿੰਨਾ ਆ ਪੁੱਤਰ, √6, ਰਾਈਟ। तो ਹੁਣ to begin with ਪੁਆਇੰਟ ਲੱਭਣਾ ਕਿਹਦੇ ਤੇ, ਇਸ ਲਾਈਨ ਤੇ। तो इस लाइन के ऊपर कोई भी पॉइंट लेना है तो वी कैन टेक इन टर्म्स ऑफ लैम्डा। ठीक है, तो लेट अस बिगिन नाउ। लेट द पॉइंट ए बी, बिकॉज दिस ऑन दिस लाइन, तो ये पॉइंट की ले सकते हो तुसी। हाँ जी, इधरों x -1/2 इज लैम्डा, तो x कितना आ गया 2 लैम्डा +1 है ना, एंड द y वाली टर्म में ना इक्वेट करो, दैट इज 2 लैम्डा +1 एंड z -2 इज लैम्डा, z इज लैम्डा +2। ठीक है, सो ये पॉइंट आप ए ले लिया जिहड़ा कन्फर्म हो गया कि इस लाइन के उपर ही लाए करता है। बट हुण सानू कंडीशन दिती है कि सानू वो स्पैसीफिक पॉइंट या पॉइंट चाहिए जिहदा डिस्टेंस ओरिजिन तो √6 है। इन्ने लिखना तो ये कन्फर्म होया कि इस लाइन के उपर है। हुण उन्होंने सानू देता है कि इहदा डिस्टेंस 0 0 0 तो कितना पुत्र, दैट इज √6। लेट्स अप्लाई द कंडीशन नाउ। गिवन इज, एंड वो मान लीजिए गिवन इज AO इज इक्वल टू √6। सो हाँ जी, डिस्टेंस फार्मूला ला दो ये ते ये, दैट इज √, हाँ जी, दिस माइनस दिस स्क्वायर 2 लैम्डा +1 स्क्वायर प्लस, मतलब बाकी तो फिर कैलकुलेशन ही है। ठीक है, सो लैम्डा +2 स्क्वायर इज इक्वल टू √6, स्क्वायरिंग कर दो। सो 4 लैम्डा स्क्वायर +1 + 4 लैम्डा, 4 लैम्डा स्क्वायर +1 + 4 लैम्डा एंड लैम्डा स्क्वायर +4 + 4 लैम्डा इक्वल टू 6। हाँ जी, 4 4 8 ते 9, 9 लैम्डा स्क्वायर। हाँ जी, इधर आ गया, दिस इज़ 1 2 4 6 तो 6 कटिया गया है ना, उड़ गए। हाँ जी, और किया गया 4 लैम्डा + 4 लैम्डा + 4 लैम्डा, सो यू हैव 12 लैम्डा इक्वल टू 0। तो तुहाडे को की आया पुत्र, लैम्डा च आ गई क्वाड्रेटिक। ठीक है, रूट्स ये 2 रियल आ रहे हैं, लैम्डा कॉमन ले लो, 3 भी कट दो। ठीक है, तो देयरफॉर 3 लैम्डा + 4। सो लैम्डा दियां तुहाडे को 2 वैल्यू आ गई। ये 2 वैल्यू की शो कर दियां कि इस लाइन के उपर 2 पॉइंट होने आ जिन्हां दा डिस्टेंस ओरिजिन तो कितना है पुत्र, √6। तो क्लीयरली देखो आ तो हो गया ना बिल्कुल परपेंडिकुलर शॉर्टेड डिस्टेंस। मान लो फॉर एग्जांपल 1 है, मान लिया है ना, हालांकि डाटा आई डोंट नो सही नहीं होना है, कुछ और वैल्यू होएगी, बट √6 तो छोटी होएगी। तो अगर 1 है तो हुण 2 पॉइंट समथिंग है, तो अगर इधरले बन्ने एक पॉइंट है जिहदा डिस्टेंस √6 है, तो बिल्कुल सिमेट्रिकली इधर भी होएगा एक, है ना। तो इस करके आ तुहाडे कोल 2 पॉइंट होने, एक ए ते एक A डैश, राइट। तो लैम्डा 0 पुट करोगे तो एक पॉइंट आ जाएगा, देयरफॉर वन ऑफ द पॉइंट इज गोइंग टू बी पुट लैम्डा 0, जी का आ गया 1 1 ते 2, है ना, एंड पुट लैम्डा -4/3 देयर, तुहाडे को A डैश जिहड़ा दूजा पॉइंट है वो आ जाएगा। सो देयर विल बी 2 पॉइंट्स। अगर मान लो आ वाला डिस्टेंस आ वाला पॉइंट होंदा ना जिहड़ा बिल्कुल शॉर्टेस्ट वाला, फिर लैम्डा दी कोई वैल्यू आनी सी तुहाडे को, है ना, फिर सॉर्ट ऑफ तुहाडे को परफेक्ट स्क्वायर आ जाना सी, इदां कुछ करके, है ना, इदां कुछ। तो लैम्डा दी एक वैल्यू आनी सी। अगर कोई भी ना होंदा, कोई भी ना होंदा, तो मतलब की है कि मान लो आ शॉर्टेस्ट डिस्टेंस मान लिया 1 है, तो उन्हें तुहानू डिस्टेंस ही देता 1/10। हुण 1/10 वाला तो पॉइंट होएगा ही नहीं, है ना, वो तो पॉइंट ही इत्थे हवा 'च ही रह जाना। ठीक है, घट तो घट एक है बेटे, उस तो घट तो फिर पॉइंट लाइन तो होएगा नहीं। फिर जिहड़ी तुहाडे को क्वाड्रेटिक आनी सीगी ना, जिवें आ क्वाड्रेटिक आई है, ਉਹਦੇ रूट्स इमेजिनरी आ जाने सी, तो ਤੁਹਾਡਾ ਉਹਦਾ डिस्क्रिमिनेट नेगेटिव आ जाना सी। ਇਹਦਾ मतलब इस लाइन ते कोई पॉइंट नहीं है, बिकॉज साढ़े को कोई रियल लैम्डा नहीं आया। ठीक है, ठीक है, आई होप क्वेश्चन क्लियर होया पुत्र। अगे चलते हैं। हाँ जी, वो कहता है कि फाइंड द पॉइंट्स ए बी ऑन द लाइन, 2 पॉइंट ए बी चाहिए, सच दैट द ट्राइंगल AOB is, wait, is right, हाँ जी, राइट आइसोसेलेस ट्राइंगल विद AB एज हाइपोटेन्यूज। तो AB हाइपोटेन्यूज है, द ट्राइंगल इज राइट एंड आइसोसेलेस, तो दैट मीन्स आ हाइपोटेन्यूज ते आ 90 ते आ लेंथ बराबर, और अगर बराबर है तो आ 90 है, तो देयरफॉर आ एंगल कितना हो गया पुत्र, 45 45। ठीक है,
ਇਨਕਲੀਨੇਸ਼ਨ ਜਿਹੜੀ ਹੈ ਇਹਨਾਂ ਦੋਨਾਂ ਦੀ ਲਾਈਨ ਦੇ ਨਾਲ 45 ਹੈ। तो हुण पॉइंट चाहिए तो ठीक है बेटे, वही गल टू बिगिन विद पॉइंट ए ले लो चाहे बी ले लो, एक किहदे ते लाई करदे इस लाइन ते है ना। सो लेट अस बिगिन विद लेट द पॉइंट ए बी है ना ऑन दिस लाइन एनी पॉइंट वी कैन टेक इट एज हाँ जी x माइनस 1 इक्वल टू लैम्डा, सो ए आ गया लैम्डा प्लस 1 एंड y इज 0 लैम्डा दैट इज 0 एंड z इज लैम्डा। ठीक है, तो इन्ना की हो गया कि कन्फर्म हो गया कि पॉइंट इस लाइन ते मूव कर रहा है। ਹੁਣ ਅਗਰ ਆ ਪੁਆਇੰਟ A ਹੈ ਪੁੱਤਰ, ਲੈਟ ਮੀ ਰਾਈਟ ਆ, ਹੁਣ ਸਾਨੂੰ ਕੀ ਪਤਾ ਹੈ ਕਿ ਆ ਜਿਹੜੀ ਲਾਈਨ ਹੈ ਠੀਕ ਹੈ ਤੇ ਇੱਕ ਆ ਲਾਈਨ ਹੈ, ਇਹਨਾਂ 'ਚ ਐਂਗਲ ਕਿੰਨਾ ਪੁੱਤਰ 45 ਡਿਗਰੀ। ਦੋ ਲਾਈਨਾਂ 'ਚ ਐਂਗਲ ਚਾਹੀਦਾ ਹੈ ਸਾਨੂੰ, ਠੀਕ ਹੈ, ਦੋ ਲਾਈਨਾਂ 'ਚ ਸਾਨੂੰ ਐਂਗਲ ਚਾਹੀਦਾ ਹੈ ਤੇ ਉਹਦੇ ਵਾਸਤੇ ਸਾਨੂੰ ਪਤਾ ਕਿ ਦੋਨਾਂ ਲਾਈਨਾਂ ਦੇ ਅਗਰ ਡਾਇਰੈਕਸ਼ਨ ਰੇਸ਼ੋ ਆ ਜਾਣ ਤੇ ਸਾਡੇ ਕੋਲ ਫਾਰਮੂਲਾ ਹੈਗਾ cos θ ਇਜ਼ ਇਕੁਅਲ ਟੂ ਹੈ ਨਾ a1 a2 प्लस b1 b2 एंड डिवाइड बाय दिस, तो आप एंगल वाला फॉर्मूला ला सकते हैं। तो ਉਹਦੇ ਲਈ what we need to get the direction ratio of both the lines, so let us do that। ठीक है, वो करते हैं। so ਪਹਿਲਾਂ ਆਪਾਂ ਕਰਦੇ हैं ਇਸ ਲਾਈਨ ਦੇ, so direction ratios of हाँ जी AO, ठीक है हाँ जी कितना होएगा ਇਸ AO ਲਾਈਨ ਤੇ ਆ A ਪੁਆਇੰਟ ਵੀ ਹੈ ਤੇ ਆ ਦੂਜਾ ਪੁਆਇੰਟ ਵੀ ਹੈ, तो हाँ जी x2 minus x1 0 minus this, ठीक है एंड 0 माइनस 0 एंड 0 माइनस लैम्डा आ थोड़े को इस लाइन दे डायरेक्शन रेशो आ गए एंड सैकेंड लाइन आ वाली है ना, और इस लाइन दे डायरेक्शन रेशो की है ए ते लाइन केड़ी पुत्र ए बी है ना गिवन ही, तो इहदे डायरेक्शन रेशो कितने है 1 0 1, dr ऑफ द लाइन ए बी इज 1 0 एंड 1। हुण सानू कंडीशन की दित्ती है कि इन्हां दोनों दे अंदर एंगल कितना पुत्र 45 डिग्री, सो देयरफॉर लेट्स अप्लाई द कंडीशन cos 45 is equal to a1 a2 है ना, so we have minus lambda minus 1 plus 0 and minus lambda divide by under root of lambda plus 1 square plus lambda square and that is root 2 and cos 45 भी 1 by root 2। ठीक है, तो मकसद की है सिर्फ थानू लैम्डा जो इक्वेशन देना वो आ गई थोड़े को आ कटिया गया। ठीक है, उधर ले जाके स्क्वायर कर दो, दिस इज व्हाट माइनस 2 लैम्डा माइनस 1 आ वाली टर्म इज इक्वल टू उधर ले जाओ तो स्क्वायर कर दो। ठीक है, देयरफॉर लैम्डा प्लस 1 द होल स्क्वायर प्लस लैम्डा स्क्वायर, सो 4 लैम्डा स्क्वायर प्लस 1 प्लस 4 लैम्डा लैम्डा स्क्वायर प्लस 1 प्लस 2 लैम्डा प्लस लैम्डा स्क्वायर, 1 भी उठ गया तो दिस इज 4 लैम्डा स्क्वायर दैट इज 2 लैम्डा स्क्वायर प्लस 2 लैम्डा इक्वल टू 0। तो अगेन लैम्डा च तुहाडे को क्वाड्रेटिक आ गई है। ठीक है, और लैम्डा दी दो वैल्यू आ गई, एक आ गई 0 तो एक आ गई -1। ਇਹਦਾ मतलब इस लाइन ਦੇ ਉੱਪਰ दो पॉइंट होने आ क्लियरली, एक ए ਤੇ एक बी है ना, ਜਿਹੜੀ ਇਨਕਲੀਨੇਸ਼ਨ ਦੋਨਾਂ ਦੀ एल ਦੀ ਇਸ ਲਾਈਨ ਨਾਲ ਕਿੰਨੀ ਹੋਏਗੀ 45 45। तो अगर आप लैम्डा ਦੀ वैल्यू 0 ਲਵਾਂਗੇ ਤੇ ਇੱਕ ਪੁਆਇੰਟ ਆ ਜਾਏਗਾ, लैम्डा ਦੀ वैल्यू ਦੂਜੀ ਕਿਹੜੀ ਆਈ ਸੀ -1 ਤੇ ਉਹਨਾਂ ਦੂਜਾ ਪੁਆਇੰਟ ਆ ਜਾਏਗਾ। सो लैम्डा यू गेट एट 0 एंड -1। ठीक है पुत्र, तो अगर हुण मैं लैम्डा की वैल्यू 0 रख दा, ठीक है, सो एक पॉइंट आ गया 1 0 0, दैट कैन बी एनी ए और बी है ना, एंड अगर लैम्डा -1 रखिए तो -1 + 1 0 0 एंड -1। सो आ दो पॉइंट आ गए इस लाइन के उपर। ठीक है, एक इधर होगा किते दूजा इधर, जिहड़े ओरिजिन दे नाल जिहड़ी ट्रायंगल बनती है दैट इज राइट आइसोसेलेस। ठीक है, जिदा जिमें 0 0 -1 ते एक ले लो 1 0 0। ठीक है, सो यू गाइज कैन चेक कि दिस इज राइट आइसोसेलेस ट्रायंगल। डिस्टेंस फार्मूला ला के चेक कर सकते, चलो करो डिस्टेंस फार्मूला लाओ। हाँ जी, आ कितना है डिस्टेंस अंडर रूट ऑफ, हाँ जी दैट इज 1 + 0 + 0, दिस इज 1 आ डिस्टेंस, और आ डिस्टेंस चेक करो ये भी 1 है, आ भी लेंथ 1 आ भी 1, और आ डिस्टेंस चेक करो दैट इज √2 है ना, पाइथागोरस आ गई 1 + 1 + 0 that is √2। So clearly this satisfies Pythagoras और राइट आइसोसेलेस ट्रायंगल है। ठीक है, सो आ दो पॉइंट आ गया ये, तो चलो वैसे मैं थानू मतलब चेक करा ला, अदरवाइज क्वेश्चन का आंसर तो आ गया पहला। ठीक है, सो मेन चीज़ की है कि जब भी आपां नू किसी लाइन ते कोई पॉइंट चाहिए
की करना है, टेक इट इन टर्म्स ऑफ लैम्डा और जिहड़ा भी वेरिएबल दिता है एंड अगर क्वेश्चन है कि कोई पॉइंट पर्टिकुलर चाहिए तो तुहाडे कोल लैम्डा की वैल्यू आ जाएगी। ठीक है। अच्छा एक चीज़ होर एक क्वेश्चन होर करियो तो अच्छा क्वेश्चन करते हैं पुत्र। क्वेश्चन की है कि आप 5 ਤੁਹਾਨੂੰ ਲਾਈਨਾਂ ਦੀਆਂ ਇਕੁਏਸ਼ਨਾਂ ਦਿੱਤੀਆਂ ਤੇ ਆਇਡੈਂਟੀਫਾਈ ਕਰਨਾ ਹੈ ਕਿ ਇਹਨਾਂ ਚੋਂ ਕਿਹੜੀਆਂ ਸੇਮ ਹੈ ਹਨਾ। ਮੈਂ ਰਿਪੀਟ ਕਰਦਾ ਕੁਐਸਚਨ ਨੂੰ, ਜਿੱਦਾਂ ਮੈਂ ਬਿਗਨਿੰਗ 'ਚ ਕਿਹਾ ਸੀ ਨਾ ਲੈਕਚਰ ਦੇ ਸਟਾਰਟ 'ਚ ਕਿ ਇੱਕ ਲਾਈਨ ਨੂੰ ਲਿਖਣ ਦੇ ਬੜੇ ਸਾਰੇ ਤਰੀਕੇ ਹੋ ਸਕਦੇ ਆ। ਤਾਂ ਉਹਦੇ ਬੇਸ ਤੇ ਪ੍ਰੋਬਲਮ ਹੈ ਕਿ ਆਇਡੈਂਟੀਫਾਈ ਕਰੋ ਕਿ ਇਹਨਾਂ ਪੰਜਾਂ ਚੋਂ ਕਿਹੜੀਆਂ ਲਾਈਨਾਂ ਸੇਮ ਹੈ। ਚਲੋ ਐਵੇਂ ਕਰਦੇ ਹਾਂ ਕਿ ਪਹਿਲਾਂ ਬਿਗਨ ਵਿਦ ਡਾਇਰੈਕਸ਼ਨ ਰੇਸ਼ੋ ਚੈੱਕ ਕਰੀਦੇ ਆ। ਜਿਵੇਂ ਦੇਖੋ ਇਹਦੇ ਡਾਇਰੈਕਸ਼ਨ ਰੇਸ਼ੋ ਕਿੰਨੇ ਆ ਪੁੱਤਰ 2 2 1। ठीक है, हले डायरेक्शन देखते हैं क्योंकि जो डायरेक्शन ही अड अड है फिर तो लाइना ही अड अड हो जानी। तो पहला डायरेक्शन सेम किना किना दी है, एदी भी हाँ जी -1 एंड -हाफ बिल्कुल ठीक है। अगर इन्हों आप -2 नाल मल्टीप्लाई कर दिए है ना तो साढ़े को की आ जाएगा 2 2 एंड 1। तो इन्हों की हले डायरेक्शन सेम है दोनों की। 2 2 1 बिल्कुल ठीक है। 4 4 2 ठीक है, 2 ना मल्टीप्लाई कर दिए तो इन्हों की डायरेक्शन भी सेम है। तो 2 2 3 आ तो बिल्कुल डायरेक्शन अड है। 2 2 1 ਨੂੰ ਕਿਸੇ ਨੰਬਰ ਨਾਲ ਮਲਟੀਪਲਾਈ ਕਰੀਏ 2 2 3 ਨਹੀਂ ਆਣਾ ਰਾਈਟ। तो ਜਿਹੜਾ ਆ ਆਪਸ਼ਨ ਗਲਤ ਹੈ। ਠੀਕ ਹੈ, ਇਹ ਅੱਡ ਲਾਈਨ ਹੈ। ਠੀਕ ਹੈ, ਚਲੋ ਹੁਣ ਪਤਾ ਲੱਗ ਗਿਆ ਕਿ ਇਹਨਾਂ ਚਾਰਾਂ ਦੀ ਡਾਇਰੈਕਸ਼ਨ ਸੇਮ ਹੈ। ਅੱਛਾ ਹੁਣ ਕੀ ਕਰਨਾ ਤੁਸੀਂ ਨਾ ਕੁਐਸਚਨ ਨੂੰ ਥੋੜਾ ਜਿਹਾ ਮੋਡੀਫਾਈ ਕਰਕੇ ਲਿਖ ਲਓ ਕਿ ਵਿਚ ਆਫ ਥੀਸ ਲਾਈਨਸ ਹੈ ਨਾ, ਵਿਚ ਆਫ ਥੀਸ ਲਾਈਨਸ ਇਜ਼ सेम एज दिस लाइन, मतलब ਇਹਦੇ ਨਾਲ ਕਿਹੜੀ सेम है। चलो डायरेक्शन तो सारिਆਂ ਦੀ पता लग गई ਇਹਦੇ बराबर ही है। ਹੁਣ ਆ ਜਿਹੜੀ लाइन है पुत्र साडी ਤੇ ਇਹ ਕਿਹੜੇ पॉइंट 'ਚ पास ਕਰਨ ਦੀ है 1 1 2 ਚੋਂ। ठीक है, चलो ਹੁਣ ਪਹਿਲਾਂ ਇਹਨੂੰ चेक करते हैं। चेक करना कि आ लाइन ए वाली है या नहीं। ਹੁਣ ਕਿਵੇਂ ਕਰੀਏ, डायरेक्शन तो सेम है। फिर आ वाली लाइन पुत्र ਕਿਹੜੇ पॉइंट 'ਚ पास कर दी है। ठीक, पॉइंट हैगा 0 है ना, समझ आई गल। x -0 ਨੂੰ 0 एट द y ਤੇ -1। सो आ लाइन पास करन दी है 0 0 -1 चो। फिर आप सिंपल की करना है आड़ा पॉइंट है ना जिहदे लाइन जाती है तो इनू ये सैटिस्फाई करा के देखो। अगर तो ये पॉइंट इस लाइन ते होया है ना, सैटिस्फाई कर गया, फिर तो की होगा कि डायरेक्शन भी सेम है और पॉइंट भी इस लाइन के उपर है। फिर तो ये दोनों लाइन आइडेंटिकल आ जाएगी। अगर ये पॉइंट इन्हू सैटिस्फाई नहीं किया किते इत्थे होया तो फिर की होगा कि ये जी आ लाइन है 1 वाली है ना, ये डायरेक्शन तो सेम है बट पॉइंट क्योंकि लाइन ही किया दैन दीज टू विल बी ओनली पैरेलल लाइन्स। ठीक है, तो की करना चाहिए सिंपली अड़ा पॉइंट है इन्हू चेक करो ये कि सैटिस्फाई करता या नहीं करता। हाँ जी, पुट कर लो एक्स Z थे एक्स वाई तो Z x 0 हाँ जी -हाफ इधे y 0 -हाफ z -1 दैट इज -3 और क्लियरली बराबर नहीं है तीनों। तो यदा मतलब ए लाइन 1 जी है ये बराबर नहीं है, इट इज सम डिफरेंट लाइन। ठीक है, तो चलो आ हो गया। हम इदा ही सिमिलरली चेक कर लो सैकेंड लाइन। सैकेंड की डायरेक्शन तो ऑलरेडी चेक कर ली है। सैकेंड किहड़े पॉइंट 'चों पास करन दी, हाँ जी x -3 = 0 3 3 ते 3। तो 3 3 3 पॉइंट ਨੂੰ सैटिस्फाई करा के वेखो। ठीक है, आई होप तुम समझ पा रहे हो। ठीक है, तो हाँ जी इत्थे पुट करो x y ते z। सो 3 -1 2 by 2 1 3 -1 2 by 2 1 एंड 3 -2 1 बिल्कुल सही। तो 1 1 1 ਇਹਦਾ मतलब आड़ा पॉइंट 3 3 3 है, ये भी इसे लाइन ते लाई करता है। तो ਇਹਦਾ मतलब आ लाइन ते आ लाइन बिल्कुल सेम है। इस लाइन ਨੂੰ ਅਸੀਂ ऐदा भी लिख सकते हैं। ठीक है, तो हुण तीजा देख लो डायरेक्शन तो ऑलरेडी चेक कर ली है। तीजी लाइन किहड़े पॉइंट 'चों जांदी है पुत्र, दैट इज -1 है ना। x + 1 0 पुट करो -1 ते 1। तो हुण अगेन ये चेक करके देखो कि सैटिस्फाई करदा कि नहीं करदा पॉइंट टू वेरीफाई कि लाइन सेम है कि नहीं। x की वैल्यू -1 -1 -2 by 2 -1 -1 -2 by 2 -1 ये बराबर है इत्थे 1 1 -2 दैट इज -1 ए भी बराबर है। इसका मतलब ए पॉइंट भी किते लाइन ते होना, इसका मतलब ए लाइन भी ये बराबर ही है, मतलब सेम लाइन है। सो आ तीनों जड़ियाँ इक्वेशन आया ठीक है दे
आर रिप्रजेंटिंग दी सेम लाइन। ठीक है, बिकॉज 2D च की होंदा ना पुत्तर, 2D च मान लो लाइन ਦਿੱਤੀ है कोई इदां x+2y = 7, ਵੱਧ ਤੋਂ ਵੱਧ ਕੀ ਹੁੰਦਾ ਹੈ ਕਿ ਉਹ ਕਿਸੇ ਨੰਬਰ ਨਾਲ ਮਲਟੀਪਲਾਈ ਕਰ ਦਿੰਦਾ, ਜਿਵੇਂ 2x + 4y = 14 ਹੈ ਨਾ। ਬਟ ਅਗਰ ਆਪਾਂ ਕਾਮਨ ਫੈਕਟਰ ਕੱਢ ਦਈਏ ਮੋਸਟ ਸਿੰਪਲੀਫਾਈਡ ਫਾਰਮ 'ਚ, ਤੇ ਲਗਭਗ ਇੱਕ ਹੀ ਤਰੀਕਾ ਬਣਦਾ ਕਿ ਲਾਈਨ ਨੂੰ ਪ੍ਰਜੈਂਟ ਕਰਨ ਦਾ। ਬਟ 3D ਦੇ ਅੰਦਰ ਦੇਰ ਕੈਨ ਬੀ ਸੋ ਮੈਨੀ ਵੇਜ਼। ਠੀਕ ਹੈ ਪੁੱਤਰ। ਤੇ ਚਲੋ ਇਹ ਚੀਜ਼ ਮਤਲਬ ਆਬਜੈਕਟਿਵ 'ਚ ਵੀ ਬੜੀ ਖਿਆਲ ਰੱਖਣੀ ਕਿ ਮੰਨ ਲਓ ਤੁਹਾਡਾ ਆਨਸਰ ਕੁਛ ਹੋਰ ਹੈ ਤੇ ਆਪਸ਼ਨ ਕੁਛ ਹੋਰ ਹੈ ਨਾ, ਤੇ ਦੈਨ ਯੂ ਗਾਇਜ਼ ਕੈਨ ਚੈੱਕ ਦਾ ਵੇ। ਔਰ ਮੰਨ ਲਓ ਕਿਤੇ ਹੋਰ ਤੁਹਾਡੇ ਸਕੂਲ 'ਚ ਆਬਜੈਕਟਿਵ 'ਚ ਆ ਜਾਏ ਕਿ ਕਿਹੜੀਆਂ ਆਇਡੈਂਟੀਕਲ ਹੈ, ਤੇ ਤਰੀਕਾ ਮੈਂ ਤੁਹਾਨੂੰ ਦੱਸਦਾ। ਠੀਕ ਹੈ ਪੁੱਤਰ।